ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਵੀਡੀਓ ਦਾ ਵਿਸ਼ਾ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਲ ਲੀਲਾ। ਜਦੋਂ ਆਨੰਦ ਮੰਗਲ ਦੇ ਦਿਨ ਗੁਜ਼ਰ ਗਏ ਤਾਂ ਬਾਲਕ ਨਾਨਕ ਦੇਵ ਜੀ 5 ਸਾਲ ਦੇ ਹੋ ਗਏ ਤਾਂ ਉਹ ਆਪਣੀ ਉਮਰ ਦੇ ਬੱਚਿਆਂ ਨਾਲ ਖੇਡਣ ਲੱਗੇ। ਪਰ ਨਾਨਕ ਜੀ ਦੇ ਖੇਲ ਵੱਖ ਪ੍ਰਕਾਰ ਦੇ ਹੁੰਦੇ ਸੀ। ਉਹ ਆਸਣ ਜਮਾ ਕੇ ਬੱਚਿਆਂ ਦੀਆਂ ਮੰਡਲੀਆਂ ਬਣਾ ਕੇ ਗਿਆਨ ਗੋਸ਼ਟੀਆਂ ਕਰਦੇ, ਜੋ ਸਭ ਬੱਚਿਆਂ ਨੂੰ ਬਹੁਤ ਪਸੰਦ ਆਉਂਦੀਆਂ, ਜਿਸ ਦੇ ਨਾਲ ਉਹ ਕੁਝ ਬੱਚੇ ਨਾਨਕ ਜੀ ਦੀ ਅਗਵਾਈ ਵਿੱਚ ਰਹਿਣ ਲੱਗੇ। ਨਾਨਕ ਜੀ ਖੇਡ ਵਿੱਚ ਮਾਰਗ ਦਰਸ਼ਨ ਕਰਨ ਲੱਗੇ। ਸਮਾਨਤਾ, ਪ੍ਰੇਮ, ਸੱਚ, ਬਹਾਦਰੀ ਦਾ ਪਾਠ ਪੜ੍ਹਾਉਂਦੇ, ਜਿਸ ਦੇ ਨਾਲ ਬੱਚਿਆਂ ਵਿੱਚ ਕਦੇ ਵੀ ਲੜਾਈ ਨਹੀਂ ਹੁੰਦੀ ਸੀ। ਨਾਨਕ ਜੀ ਸਾਰਿਆਂ ਨੂੰ ਭਾਉਂਦੇ ਸਨ। ਬਿਨਾਂ ਨਾਨਕ ਜੀ ਦੇ ਸਾਰਿਆਂ ਦੇ ਖੇਲ ਅਧੂਰੇ ਹੁੰਦੇ। ਬੱਚੇ ਹਮੇਸ਼ਾ ਹੀ ਨਾਨਕ ਜੀ ਦਾ ਹੀ ਰਸਤਾ ਵੇਖਦੇ ਰਹਿੰਦੇ ਸਨ। ਨਾਨਕ ਜੀ ਘਰ ਵਿੱਚੋਂ ਕੋਈ ਵੀ ਚੀਜ਼ ਖਾਣ ਨੂੰ ਲਿਆਉਂਦੇ ਤਾਂ ਬੱਚਿਆਂ ਵਿੱਚ ਵੰਡ ਦਿੰਦੇ ਤੇ ਖੋਜ ਪੱਟੀ ਨਹੀਂ ਹੋਣ ਦਿੰਦੇ ਸੀ। ਪੂਰੀ ਤਲਵੰਡੀ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪ੍ਰਸਿੱਧੀ ਹੋਣ ਲੱਗੀ ਕਿ ਇੰਨੀ ਘੱਟ ਉਮਰ ਵਿੱਚ ਇਹ ਆਪਣੀ ਉਮਰ ਦੇ ਸਾਰੇ ਬੱਚਿਆਂ ਨੂੰ ਕਿਸ ਪ੍ਰਕਾਰ ਦਾ ਪਾਠ ਪੜ੍ਹਾਉਂਦੇ ਹਨ ਤੇ ਵਾਹਿਗੁਰੂ ਦਾ ਨਾਮ ਜਪਾਉਂਦੇ ਹਨ। ਸਾਰੇ ਲੋਕ ਨਾਨਕ ਜੀ ਦੇ ਨਾਲ ਪਿਆਰ ਰੱਖਣ ਲੱਗੇ ਤੇ ਉਹਨਾਂ ਦੀ ਇੱਜ਼ਤ ਤੇ ਆਦਰ ਕਰਨ ਲੱਗੇ। ਨਾਨਕ ਜੀ ਬੱਚਿਆਂ ਦੀਆਂ ਮੰਡਲੀਆਂ ਦੇ ਮੁਖੀ ਬਣ ਗਏ ਸੀ। ਉਹਨਾਂ ਦੀ ਉਮਰ ਦੇ ਸਾਰੇ ਬੱਚੇ ਹਮੇਸ਼ਾ ਉਹਨਾਂ ਦੇ ਨਾਲ ਹੀ ਰਹਿਣਾ ਪਸੰਦ ਕਰਦੇ। ਕੋਈ ਵੀ ਖੇਲ ਮੰਨ ਲਵੋ, ਨਾਨਕ ਜੀ ਦੇ ਬਿਨਾਂ ਅਧੂਰਾ ਹੀ ਰਹਿੰਦਾ ਸੀ। ਘਰ ਵਿੱਚ ਵੀ ਮਾਤਾ ਤ੍ਰਿਪਤਾ ਜੀ ਇਸ ਬਾਲਕ ਨੂੰ ਪਾ ਕੇ ਬਹੁਤ ਖੁਸ਼ ਸੀ, ਪਰ ਇਸ ਗੱਲ ਦਾ ਗਿਆਨ ਵੀ ਸੀ ਨਾਨਕ ਜੀ ਈਸ਼ਵਰ ਵਾਹਿਗੁਰੂ ਜੀ ਦੁਆਰਾ ਕਿਸੇ ਵਿਸ਼ੇਸ਼ ਕਾਰਜ ਨੂੰ ਕਰਨ ਲਈ ਆਏ ਹਨ। ਕੇਵਲ ਤੇ ਕੇਵਲ ਨਾਨਕੀ ਜੀ, ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਵੱਡੀ ਭੈਣ ਸੀ, ਉਹ ਜਾਣ ਗਈ ਸੀ ਕਿ ਨਾਨਕ ਜੀ ਹੋਰ ਬੱਚਿਆਂ ਵੱਲੋਂ ਅਨੋਖੇ ਸਨ। ਉਹਨਾਂ ਦੇ ਇਸ ਪ੍ਰਕਾਰ ਵੱਲੋਂ ਈਸ਼ਵਰ ਦਾ ਨਾਮ ਜਪਣਾ, ਹੋਰ ਬੱਚਿਆਂ ਵੱਲੋਂ ਵੀ ਜਪਾਉਣਾ ਆਪਣੇ ਆਪ ਵਿੱਚ ਹੀ ਅਦਭੁਤ ਪ੍ਰਤੀਤ ਹੁੰਦਾ ਹੈ। ਕਦੇ ਕਦੇ ਤਾਂ ਅਜਿਹਾ ਪ੍ਰਤੀਤ ਹੁੰਦਾ ਸੀ ਕਿ ਨਾਨਕ ਜੀ ਦੇ ਅੰਦਰ ਕੋਈ ਦਿਵਯ ਸ਼ਕਤੀ ਦਾ ਨਿਵਾਸ ਹੈ। ਜਦੋਂ ਉਹ ਕਿਸੇ ਬ੍ਰਾਹਮਣ ਆਦਿ ਨੂੰ ਪਖੰਡ ਕਰਦੇ ਹੋਏ ਵੇਖਦੇ ਤਾਂ ਮੁਸਕਰਾਉਂਦੇ ਵੀ ਸਨ, ਪਰ ਕੋਈ ਵੀ ਇਹ ਗੱਲ ਜਾਣ ਨਹੀਂ ਪਾਉਂਦਾ ਸੀ ਕਿ ਉਹਨਾਂ ਦੇ ਮਨ ਵਿੱਚ ਕੀ ਹੈ, ਉਹ ਕਿਉਂ ਮੁਸਕਰਾਉਂਦੇ ਹਨ। ਲੇਕਿਨ ਨਾਨਕ ਜੀ ਦੇ ਮਨ ਵਿੱਚ ਤਾਂ ਪੂਰੇ ਸੰਸਾਰ ਦੇ ਲੋਕਾਂ ਨੂੰ ਉਸ ਪੂਰਨ ਈਸ਼ਵਰ ਵਾਹਿਗੁਰੂ ਦਾ ਗਿਆਨ ਦੇਣ ਦੀ ਗੱਲ ਹੁੰਦੀ ਸੀ। ਸਮਾਂ ਇਸ ਪ੍ਰਕਾਰ ਵੱਲੋਂ ਬਤੀਤ ਹੁੰਦਾ ਗਿਆ। ਫਿਰ ਸ਼੍ਰੀ ਗੁਰੂ ਨਾਨਕ ਦੇਵ ਜੀ 7 ਸਾਲ ਦੇ ਹੋਏ ਤਾਂ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੂੰ ਸਿੱਖਿਆ ਦੇਣ ਦਾ ਪ੍ਰਬੰਧ ਕੀਤਾ। ਫਿਰ ਉਹਨਾਂ ਦੇ ਪਿਤਾ ਜੀ ਉਹਨਾਂ ਨੂੰ ਪੰਡਿਤ ਗੋਪਾਲ ਦਾਸ ਜੀ ਦੀ ਪਾਠਸ਼ਾਲਾ ਵਿੱਚ ਲੈ ਗਏ। ਨਾਨਕ ਜੀ ਆਪਣੇ ਸਹਿਪਾਠੀਆਂ ਦੇ ਨਾਲ ਨਿਤ ਦੇਵਨਗਰੀ ਦੀ ਮਾਲਾ ਸਿੱਖਣ ਲੱਗੇ। ਨਾਨਕ ਜੀ ਇੱਕ ਵਾਰ ਵਿੱਚ ਹੀ ਸਾਰਾ ਕੁਝ ਕੰਠ ਕਰ ਲੈਂਦੇ। ਦੂਜੇ ਬੱਚਿਆਂ ਨੂੰ ਤਾਂ ਇੱਕ ਇੱਕ ਅੱਖਰ ਸਿੱਖਣ ਵਿੱਚ ਕਈ ਦਿਨ ਲੱਗਦੇ ਸੀ। ਇਹ ਕਰਮ ਚੱਲਦਾ ਰਿਹਾ, ਜਿਸ ਦੇ ਨਾਲ ਪੰਡਤ ਜੀ ਨਾਨਕ ਦੇਵ ਜੀ ਦੀ ਪ੍ਰਤਿਭਾ ਵੱਲੋਂ ਬਹੁਤ ਪ੍ਰਭਾਵਿਤ ਹੋਏ। ਇੱਕ ਦਿਨ ਨਾਨਕ ਜੀ ਨੇ ਅਧਿਆਪਕ ਗੋਪਾਲ ਦਾਸ ਜੀ ਵੱਲੋਂ ਪ੍ਰਸ਼ਨ ਕੀਤਾ, ਤੁਸੀਂ ਜੋ ਮੈਨੂੰ ਅੱਖਰ ਸਿਖਾਏ ਨੇ ਉਹਨਾਂ ਦਾ ਮਤਲਬ ਵੀ ਸਿਖਾਵੋ। ਇਹ ਸੁਣ ਕੇ ਪੰਡਤ ਜੀ ਹੈਰਾਨ ਹੋ ਗਏ। ਸੋਚਣ ਲੱਗੇ ਕਿ ਮੇਰੇ ਤੋਂ ਅਜਿਹਾ ਪ੍ਰਸ਼ਨ ਅੱਜ ਤੱਕ ਕਿਸੇ ਵਿਦਿਆਰਥੀ ਨੇ ਨਹੀਂ ਕੀਤਾ। ਪੰਡਤ ਨੇ ਕਹਾ, ਨਾਨਕ, ਇਹ ਤਾਂ ਅੱਖਰ ਮਾਤਰ ਹਨ,
ਕਿ ਦੂਜੇ ਅੱਖਰਾਂ ਵੱਲੋਂ ਯੋਗਕਾਰ ਕਿਸੇ ਵਾਕ ਦੀ ਉਤਪਤੀ ਕਰਦੇ ਹਨ। ਹਾਂ, ਜੇਕਰ ਤੈਨੂੰ ਵਰਣਮਾਲਾ ਦੇ ਮਤਲਬ ਆਉਂਦੇ ਹਨ ਤਾਂ ਮੈਨੂੰ ਵੀ ਦੱਸੋ। ਨਾਨਕ ਜੀ ਨੇ ਕਿਹਾ ਕਿ ਕੱਕਾ ਅੱਖਰ ਸਾਨੂੰ ਗਿਆਨ ਦਿੰਦਾ ਹੈ। ਨਾਨਕ ਜੀ ਫਰਮਾਉਂਦੇ ਨੇ, ਕੱਕੇ ਕੇਸ ਪੁੰਡਰ ਜਬ ਹੁਏ, ਵਿਨ ਸਾਬੁਨੇ ਉਜਲਿਆ, ਜਮ ਰਾਜੇ ਕੇ हेरु ਆਏ, ਮਾਇਆ ਕੇ ਸਗਲੀ ਬੰਦ ਲਿਆ। ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ, ਜਦੋਂ ਮਨੁੱਖ ਦੇ ਕੇਸ ਬੁਢਾਪੇ ਦੇ ਕਾਰਨ ਬਿਨਾਂ ਸਾਬਣ ਪ੍ਰਯੋਗ ਕੀਤੇ ਸਫੇਦ ਹੁੰਦੇ ਹਨ ਤਾਂ ਮੰਨ ਲਵੋ ਯਮਰਾਜ ਦਾ ਸੁਨੇਹਾ ਮਿਲ ਰਿਹਾ ਹੈ। ਪਰ ਵਿਅਕਤੀ ਪ੍ਰਭੂ ਦਾ ਚਿੰਤਨ ਨਹੀਂ ਕਰ ਮਾਇਆ ਦੇ ਬੰਧਨਾਂ ਵਿੱਚ ਬੱਝਿਆ ਰਹਿੰਦਾ ਹੈ। ਗੋਪਾਲ ਪੰਡਤ ਜੀ ਨੇ ਹੈਰਾਨ ਹੋ ਕੇ ਕਿਹਾ, ਪੁੱਤਰ ਨਾਨਕ, ਕੀ ਤੂੰ ਵਰਣਮਾਲਾ ਦੇ ਸਾਰੇ ਅੱਖਰਾਂ ਦੇ ਮਤਲਬ ਜਾਣਦੇ ਹੋ? ਨਾਨਕ ਜੀ ਬੋਲੇ, ਹਾਂ ਪੰਡਤ ਜੀ, ਮੈਂ ਤੁਹਾਨੂੰ ਸਾਰੇ ਅੱਖਰਾਂ ਦਾ ਆਤਮਕ ਮਤਲਬ ਦੱਸ ਸਕਦਾ ਹਾਂ ਕਿ ਇਹ ਸਾਨੂੰ ਕੀ ਗਿਆਨ ਦੇਣਾ ਚਾਹੁੰਦੇ ਸਨ। ਨਾਨਕ ਜੀ ਨੇ ਕਿਹਾ, ਹਾਂਜੀ, ਮੈਂ ਕਰ ਸਕਦਾ ਹਾਂ। ਇਸ ਪ੍ਰਕਾਰ ਨਾਨਕ ਜੀ ਨੇ ਕੁੱਲ ਮਾਲਾ ਦੇ ਆਤਮਕ ਮਤਲਬ ਕਰ ਦਿੱਤੇ। ਤਦ ਗੋਪਾਲ ਦਾਸ ਪੰਡਤ ਨਾਨਕ ਜੀ ਵੱਲੋਂ ਬਹੁਤ ਪ੍ਰਭਾਵਿਤ ਹੋਏ। ਉਹਨਾਂ ਦੀ ਹੈਰਾਨੀ ਦਾ ਟਿਕਾਣਾ ਨਹੀਂ ਰਿਹਾ। ਉਹਨਾਂ ਨੇ ਨਾਨਕ ਜੀ ਵੱਲੋਂ ਪੁੱਛਿਆ, ਪੁੱਤਰ, ਇਹ ਵਿਦਿਆ ਤੂੰ ਕਿੱਥੋਂ ਸਿੱਖੀ ਹੈ? ਤਾਂ ਨਾਨਕ ਜੀ ਚੁੱਪ ਹੀ ਰਹੇ। ਇਸ ਉੱਤੇ ਪੰਡਤ ਜੀ ਨੇ ਕਿਹਾ, ਪੁੱਤਰ ਨਾਨਕ, ਕੱਲ ਤੁਸੀਂ ਆਪਣੇ ਪਿਤਾ ਜੀ ਨੂੰ ਮੇਰੇ ਕੋਲ ਲੈ ਕੇ ਆਉਣਾ। ਜਦੋਂ ਪਿਤਾ ਜੀ ਗੋਪਾਲ ਪੰਡਿਤ ਦਾਸ ਜੀ ਦੇ ਕੋਲ ਪਹੁੰਚੇ ਤਾਂ ਉਹਨਾਂ ਨੇ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ। ਇੱਜ਼ਤ ਆਦਰ ਦੇ ਬਾਅਦ ਕਿਹਾ, ਮਹਿਤਾ ਕਲਿਆਣ ਚੰਦ ਜੀ, ਤੁਹਾਡਾ ਹੋਣਹਾਰ ਬਾਲਕ ਮੇਰੇ ਕੋਲ ਪੜ੍ਹ ਰਿਹਾ ਹੈ, ਇਸ ਲਈ ਮੈਂ ਗੌਰਵ ਅਨੁਭਵ ਕਰਦਾ ਹਾਂ। ਪੰਡਤ ਜੀ ਨੇ ਕਿਹਾ, ਮੈਂ ਚਾਹੁੰਦਾ ਹਾਂ ਕਿ ਇਸ ਨੂੰ ਕਿਸੇ ਗਿਆਨੀ ਪੁਰਖ ਵੱਲੋਂ ਸਿੱਖਿਆ ਦਿਲਵਾਈ ਜਾਂਦੀ ਤਾਂ ਚੰਗਾ ਹੁੰਦਾ, ਕਿਉਂਕਿ ਇਹ ਬਹੁਤ ਉੱਚੀ ਕੁਦਰਤ ਦਾ ਸੁਆਮੀ ਹੈ। ਲੇਕਿਨ ਮਹਿਤਾ ਕਾਲੂ ਜੀ ਨੇ ਵਾਰ-ਵਾਰ ਜ਼ੋਰ ਦੇ ਕੇ ਕਿਹਾ ਕਿ ਤੁਸੀਂ ਹੀ ਇਸ ਨੂੰ ਪੜ੍ਹਾਵੋ। ਤਦ ਪੰਡਤ ਜੀ ਨੂੰ ਉਹਨਾਂ ਦੀ ਗੱਲ ਮੰਨਣੀ ਪਈ। ਉਸ ਦਿਨ ਦੇ ਬਾਅਦ ਪੰਡਤ ਜੀ ਅਤੇ ਨਾਨਕ ਜੀ ਦੇ ਵਿੱਚ ਅਧਿਆਪਕ ਵਿਦਿਆਰਥੀ ਦਾ ਰਿਸ਼ਤਾ ਖਤਮ ਹੋ ਕੇ ਦੋਸਤੀ ਤੇ ਸਮਾਨਤਾ ਦੇ ਨਵੇਂ ਨਾਤੇ ਨੇ ਜਨਮ ਲਿਆ। ਹੁਣ ਨਾਨਕ ਜੀ ਤੇ ਪੰਡਤ ਜੀ ਦੇ ਵਿੱਚ ਆਤਮਿਕ ਚਰਚਾ ਹੁੰਦੀ। 10 ਸਾਲ ਦੀ ਉਮਰ ਹੁੰਦੇ ਹੁੰਦੇ ਨਾਨਕ ਜੀ ਨੇ ਪੰਡਤ ਜੀ ਵੱਲੋਂ ਪੂਰੀ ਤਰ੍ਹਾਂ ਵਿੱਦਿਆ ਪ੍ਰਾਪਤ ਕਰ ਲਈ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਪਾਠਸ਼ਾਲਾ ਵਿੱਚ 3 ਸਾਲ ਦੇ ਅੰਦਰ ਹੀ ਆਪਣੀ ਆਰੰਭਿਕ ਸਿੱਖਿਆ ਨੂੰ ਖਤਮ ਕਰ ਲਿਆ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਅੱਗੇ ਦੀ ਸਿੱਖਿਆ ਪੰਡਤ ਬ੍ਰਿਜ ਲਾਲ ਦੇ ਇੱਥੇ ਹੀ ਸ਼ੁਰੂ ਹੋ ਗਈ ਤੇ ਨਾਨਕ ਜੀ ਸੰਸਕ੍ਰਿਤੀ ਦੀ ਪੜ੍ਹਾਈ ਕਰਨ ਲੱਗੇ। ਪੰਡਤ ਬ੍ਰਿਜ ਲਾਲ ਜੀ ਨੂੰ ਨਾਨਕ ਜੀ ਦੀ ਪ੍ਰਤਿਭਾ ਉੱਤੇ ਕੋਈ ਹੈਰਾਨੀ ਨਹੀਂ ਹੋਈ, ਕਿਉਂਕਿ ਉਹਨਾਂ ਨੇ ਪੰਡਿਤ ਗੋਪਾਲ ਦਾਸ ਤੇ ਪੰਡਿਤ ਹਰਦਿਆਲ ਜੀ ਵੱਲੋਂ ਨਾਨਕ ਜੀ ਦੇ ਵਿਸ਼ੇ ਵਿੱਚ ਬਹੁਤ ਕੁਝ ਸੁਣਿਆ ਸੀ ਤੇ ਉਹ ਅਤੀ ਖੁਸ਼ ਸਨ ਕਿ ਇਹ ਮੁੰਡਾ ਉਹਨਾਂ ਦਾ ਨਾਮ ਰੋਸ਼ਨ ਕਰੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।